ਅੱਖ ਹਲਕੀ ਹਲਕੀ ਐਂ ਲੱਗਣ ਲੱਗ ਪੈਂਦਾ ਕਿਸੇ ਨੂੰ ਕਿ ਹਲਕੀ ਹਲਕੀ ਬਾਹਰ ਨੂੰ ਆ ਰਹੀ ਹੈ, ਵੀ ਜਿਵੇਂ ਦੂਸਰੀ ਅੱਖ ਨਾਲੋਂ ਇੱਕ ਅੱਖ ਦਾ ਡਿਫਰੈਂਸ ਜ਼ਿਆਦਾ ਲੱਗਣ ਲੱਗਾ। ਅੱਖ ਕੱਢਣੀ ਪੈਂਦੀ ਹੈ ਅਤੇ ਪਿੱਛੋਂ ਤੱਕ ਜਿੱਥੋਂ ਤੱਕ ਗਿਆ ਹੋਇਆ ਉੱਥੋਂ ਤੱਕ ਆਪਾਂ ਨੂੰ ਇਹਨੂੰ ਐਕਸਰਸਾਈਜ਼ ਕਰਨਾ ਪੈਂਦਾ। ਸਫਾਈ ਜਿਹਨੂੰ ਆਪਾਂ ਕਹਿੰਦੇ ਹਾਂ ਚੰਗੀ ਤਰ੍ਹਾਂ ਕੂੜੇ ਕਰਕਟ ਦੀ, ਉਸ ਹਿਸਾਬ ਨਾਲ ਕਰਨੀ ਪੈਂਦੀ ਹੈ। ਸਿੰਗਲ ਮਾਸਕ ਨੂੰ ਵਾਰੀ-ਵਾਰੀ ਯੂਜ਼ ਕਰ ਰਹੇ ਹਾਂ ਤਾਂ ਉਹ ਵੀ ਇੱਕ ਕਾਰਨ ਬਣਦਾ ਬਲੈਕ ਫੰਗਸ। ਯੈਸ ਕਿਉਂਕਿ ਉਹਦੇ ਜਿਹੜੀ ਗੰਦਗੀ ਲੱਗਦੀ ਹੈ ਸਾਰੀ ਉਸ ਮਾਸਕ ਦੇ ਉੱਤੇ, ਕਿਉਂਕਿ ਕਈ ਮਾਸਕ ਕਾਂਟ ਬੀ ਵਾਸ਼ਡ। ਆਪਾਂ ਸਟਾਰਟ ਕਰਦੇ ਹਾਂ, ਠੀਕ ਹੈ, ਨੱਕ ਬੰਦ ਹੈ, ਕੋਈ ਗੱਲ ਨਹੀਂ, ਨੈਕਸਟ ਡੇ ਪੇਨ ਹੋਣ ਲੱਗ ਪਿਆ, ਕੋਈ ਗੱਲ ਨਹੀਂ, ਫੀਵਰ ਹੋ ਗਿਆ, ਕੋਈ ਗੱਲ ਨਹੀਂ, ਆਪਾਂ ਵੀ ਟਰਾਈ ਟੂ ਇਗਨੋਰ ਸਾਈਨ ਐਂਡ ਸਿੰਪਟਮਸ। ਜਿਵੇਂ ਉੱਲੀ ਲੱਗ ਕੇ ਓਨਾ ਹਿੱਸਾ ਖਤਮ ਹੋ ਜਾਂਦਾ, ਖਾ ਜਾਂਦੀ ਹੈ ਜਿਵੇਂ। ਤੁਹਾਨੂੰ ਕੋਈ ਵੀ ਸਿੰਪਟਮ ਲੱਗੇ, ਦਿਖਾਉਣ 'ਚ ਕੁਛ ਨਹੀਂ ਜਾਂਦਾ, 2 ਮਿੰਟ ਜਾਂ 5 ਮਿੰਟ ਦਿਖਾਉਣ 'ਚ ਕੁਛ ਨਹੀਂ ਜਾਂਦਾ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਪੂਰਾ ਦੇਸ਼ ਮਹਾਮਾਰੀ ਦੇ ਨਾਲ ਲੜ ਰਿਹਾ ਆ, ਕਰੋਨਾ ਦੇ ਨਾਲ, ਕਰੋਨਾ ਦੀ ਦੂਜੀ ਲਹਿਰ ਦੇ ਨਾਲ। ਹਾਲੇ ਕਰੋਨਾ ਦੇ ਕੇਸਿਸ ਜਿਹੜੇ ਨੇ ਉਹ ਠੱਲਣ ਦਾ ਨਾਮ ਨਹੀਂ ਲੈ ਰਹੇ। ਥੋੜ੍ਹੀ ਰਫ਼ਤਾਰ ਜ਼ਰੂਰ ਘਟੀ ਆ, ਪਰ ਉਸ ਤੋਂ ਬਾਅਦ ਹੀ ਇੱਕ ਹੋਰ ਬਿਮਾਰੀ ਜਿਹੜੀ ਆ ਉਹ ਪੈਰ ਪਸਾਰਨ ਲੱਗ ਗਈ ਆ। ਉਸ ਦੇ ਕੇਸ ਜਿਹੜੇ ਆ ਵਧਣ ਲੱਗ ਗਏ ਆ। ਮੌਜੂਦਾ ਸਮੇਂ ਦੇ ਵਿੱਚ ਜਿਹੜੇ ਆ ਅਸੀਂ ਗੱਲ ਕਰ ਰਹੇ ਹਾਂ ਬਲੈਕ ਫੰਗਸ ਦੀ। ਇੱਕ ਅਦਾਰਾ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਇਸ ਦੇ ਕੀ ਕਾਰਨ ਨੇ, ਇਸ ਤੋਂ ਬਚਿਆ ਕਿਵੇਂ ਜਾ ਸਕਦਾ ਆ। ਕਿਉਂਕਿ ਅਕਸਰ ਜਦੋਂ ਕੋਈ ਚੀਜ਼ ਆਉਂਦੀ ਆ ਨਾ, ਜਦੋਂ ਬੜਾਵਾ ਮਿਲਦਾ ਆ, ਤਾਂ ਲੋਕਾਂ ਦੇ ਵਿੱਚ ਧਾਰਨਾਵਾਂ ਬੜੀਆਂ ਬਣ ਜਾਂਦੀਆਂ ਨੇ, ਅਤੇ ਕੁਛ ਧਾਰਨਾਵਾਂ ਗਲਤ ਵੀ ਹੁੰਦੀਆਂ ਨੇ, ਕੁਛ ਅੰਦਾਜ਼ੇ ਹੀ ਲਗਾਏ ਜਾਂਦੇ ਨੇ। ਪਰ ਇਸ ਬਾਬਤ ਅਸੀਂ ਅੱਜ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਡਾਕਟਰ ਪੰਕਜ ਕਟਾਰੀਆ ਹੋਣਗੇ। ਉਹਨਾਂ ਦੇ ਨਾਲ ਗੱਲਬਾਤ ਰਹੇਗੀ ਇਸ ਬਲੈਕ ਫੰਗਸ ਦੇ ਉੱਪਰ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਬਹੁਤ ਵਧੀਆ। ਅੱਛਾ ਡਾਕਟਰ ਸਾਹਿਬ, ਬਲੈਕ ਫੰਗਸ ਆਪਾਂ ਸ਼ੁਰੂਆਤ ਤੋਂ ਦੇਖੀਏ ਕੀ ਚੀਜ਼ ਆ, ਕਿਉਂਕਿ ਲੋਕਾਂ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਕਿਹਾ ਧਾਰਨਾਵਾਂ ਬੜੀਆਂ ਬਣਦੀਆਂ ਨੇ ਕਿ ਯਾਰ ਇੱਦਾਂ ਆ, ਉਹਨੂੰ ਹੋ ਜਾਊਗਾ, ਇਸ ਕਾਰਨ ਹੁੰਦਾ, ਇਸ ਕਾਰਨ ਹੁੰਦਾ, ਪਰ ਅਸਲੀਅਤ ਕੀ ਆ, ਕੀ ਚੀਜ਼ ਆ ਬਲੈਕ ਫੰਗਸ? ਬਲੈਕ ਫੰਗਸ ਇੱਕ ਜਿਵੇਂ ਕਿਸੇ ਚੀਜ਼ ਨੂੰ ਉੱਲੀ ਲੱਗਦੀ ਹੈ, ਉਸ ਹਿਸਾਬ ਨਾਲ ਉੱਲੀ ਹੁੰਦੀ ਹੈ। ਇਹ 2 ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਵਾਈਟ ਫੰਗਸ ਹੋ ਗਈ ਅਤੇ ਬਲੈਕ ਫੰਗਸ ਹੋ ਗਈ। ਇਹਨੂੰ ਬਲੈਕ ਫੰਗਸ ਤਾਂ ਕਿਹਾ ਜਾਂਦਾ ਹੈ ਕਿਉਂਕਿ ਇਹ ਜਿਹੜੀ ਵੀ ਚੀਜ਼ਾਂ ਨੂੰ ਆਪਦੇ ਨਾਲ ਇਨਵੋਲਵ ਕਰਦੀ ਹੈ ਉੱਥੇ ਨੈਕਰੋਸਿਸ ਹੋ ਜਾਂਦੀ ਹੈ। ਨੈਕਰੋਸਿਸ ਦਾ ਮਤਲਬ ਜਿਵੇਂ ਉੱਲੀ ਲੱਗ ਕੇ ਓਨਾ ਹਿੱਸਾ ਖਤਮ ਹੋ ਜਾਂਦਾ, ਖਾ ਜਾਂਦੀ ਹੈ ਜਿਵੇਂ ਉਹਨੂੰ। ਉਸ ਨਾਲ ਕੀ ਹੁੰਦਾ ਹੈ ਕਿ ਵੀ ਜਿਹੜੀ ਵਾਸਕੂਲਰ ਓਕਲੂਜਨ ਹੈ, ਜਿਹੜੀਆਂ ਨਾੜਾਂ ਹੈ, ਉਹਨਾਂ ਨੂੰ ਇਹ ਅਫੈਕਟ ਕਰਨ ਲੱਗ ਪੈਂਦੀ ਹੈ। ਜਸਟ ਡਿਫਰੈਂਸ ਇਨ ਦਾ ਕਲਰ, ਤਾਂ ਕਰਕੇ ਇਹਦਾ ਨਾਮ ਬਲੈਕ ਫੰਗਸ ਪੈ ਗਿਆ। ਬਟ ਇਟ ਇਜ਼ ਯੈਸ ਵੈਰੀ ਡੈਡਲੀ, ਕਾਫੀ ਜ਼ਿਆਦਾ ਘਾਤਕ ਹੁੰਦੀ ਹੈ। ਬਟ ਨੋਰਮਲੀ ਇਹ ਬਿਮਾਰੀ ਪੁਰਾਣੀ ਹੀ ਹੈ, ਇਹ ਅੱਜ ਦੀ ਬਿਮਾਰੀ ਨਹੀਂ ਹੈਗੀ। ਪਹਿਲਾਂ ਵੀ ਜਦੋਂ ਕੋਈ ਕੇਸਿਸ ਹੁੰਦੇ ਸੀ ਜਿਨ੍ਹਾਂ ਦੀ ਇਮਿਊਨਿਟੀ ਲੈਵਲ ਬਹੁਤ ਜ਼ਿਆਦਾ ਲੋ ਹੁੰਦਾ ਸੀ। ਇਮਿਊਨਿਟੀ ਲੈਵਲ ਲੋ ਹੁਣ ਨੋਰਮਲੀ ਪੁਰਾਣੇ ਮਤਲਬ ਅੱਜ ਦੀ ਡੇਟ 'ਚ ਵੀ ਜਾਂ ਪੁਰਾਣੇ ਜ਼ਮਾਨੇ 'ਚ ਵੀ HIV ਦੇ ਕੇਸਿਸ ਹੋ ਗਏ, ਉਹਨਾਂ 'ਚ ਇਮਿਊਨਿਟੀ ਲੈਵਲ ਬਹੁਤ ਜ਼ਿਆਦਾ ਘੱਟ ਜਾਂਦਾ। ਸ਼ੂਗਰ ਬਹੁਤ ਹਾਈ ਲੈਵਲ ਕਿਸੇ ਦੀ ਸ਼ੂਗਰ ਰਹਿੰਦੀ ਹੈ, ਉਹਦੇ 'ਚ ਵੀ ਇਮਿਊਨਿਟੀ ਲੈਵਲ ਬਹੁਤ ਜ਼ਿਆਦਾ ਘੱਟ ਹੁੰਦਾ। ਤੀਜਾ ਤੁਹਾਡਾ ਹੋ ਜਾਂਦਾ ਕਿ ਡਰੱਗ ਅਬਿਊਜ਼ਰਸ, ਜਿਹੜੇ ਕਰੋਨਿਕ ਡਰੱਗਸ ਲੈਂਦੇ ਆ, ਉਹਨਾਂ 'ਚ ਇਮਿਊਨਿਟੀ ਲੈਵਲ ਬਹੁਤ ਜ਼ਿਆਦਾ ਨੀਚੇ ਚਲਾ ਜਾਂਦਾ। ਅਤੇ ਜਿਹੜਾ ਨੈਕਸਟ ਆਉਂਦਾ ਹੈ ਮੇਨ, ਹੈਵੀ ਯੂਜ਼ ਆਫ ਸਟੀਰੋਇਡਸ। ਉਹ ਹੈਵੀ ਯੂਜ਼ ਆਫ ਸਟੀਰੋਇਡਸ ਕਿਸੇ ਵੀ ਕਾਰਨ ਕਰਕੇ ਹੋਵੇ, ਆਪਾਂ ਨੂੰ ਆਲਰੇਡੀ ਕੋਈ ਬਿਮਾਰੀ ਹੈ, ਉਹਦੇ ਵਾਸਤੇ ਆਪਣੇ ਸਟੀਰੋਇਡਸ ਚੱਲੇ ਆ 2 ਮਹੀਨੇ 4 ਮਹੀਨੇ 6 ਮਹੀਨੇ, ਜਾਂ ਕਾਫੀ ਲੰਬੇ ਟਾਈਮ ਤੋਂ ਦਵਾਈਆਂ ਚੱਲ ਰਹੀਆਂ, ਬਹੁਤ ਲੰਬੇ ਟਾਈਮ ਤੋਂ ਸਟੀਰੋਇਡਸ ਦੀਆਂ, ਉਹਦੇ ਕਰਕੇ ਆਪਣੀ ਇਮਿਊਨਿਟੀ ਲੈਵਲ ਜਿਹੜਾ ਉਹ ਲੋ ਹੈ। ਤਾਂ ਬੇਸਿਕਲੀ ਜਿੰਨਾ ਕਮਿਊਨਿਟੀ ਲੈਵਲ ਜ਼ਿਆਦਾ ਡਾਊਨ ਜਾਏਗਾ, ਉਸ ਚੀਜ਼ 'ਚ ਇਹ ਆ ਜਾਏਗੀ ਜਲਦੀ। ਰਿਸਕ ਫੈਕਟਰ ਜ਼ਿਆਦਾ ਹੈ, ਉਹ ਰਿਸਕ ਫੈਕਟਰ ਹੈ। ਨੋਰਮਲ ਲੋਕਾਂ ਨੂੰ ਇੰਨੀ ਛੇਤੀ ਇਫੈਕਟ ਨਹੀਂ ਕਰਦੀ। ਬਟ ਅੱਜ ਕੱਲ੍ਹ ਕੀ ਹੋ ਰਿਹਾ ਹੈ ਕਿ ਕੋਵਿਡ ਕਰਕੇ ਕਈ ਲੋਕਾਂ ਦੀ ਇਮਿਊਨਿਟੀ ਐਂ ਮੰਨ ਕੇ ਚੱਲੋ ਕਿ ਬਹੁਤ ਜ਼ਿਆਦਾ ਹੀ ਡਾਊਨ ਚਲੀ ਜਾਂਦੀ ਹੈ। ਉਹ ਜਦੋਂ ਡਾਊਨ ਚਲੀ ਜਾਂਦੀ ਹੈ, ਉਦੋਂ ਬਾਅਦ ਇਹਦੇ ਹੋਣ ਦੇ ਰਿਸਕ ਫੈਕਟਰ ਵੱਧ ਜਾਂਦੇ ਹੈ। ਮਤਲਬ ਇਹ ਨੋਰਮਲ ਰਿਸਕ ਫੈਕਟਰਸ ਹੈ ਜਿਹੜੇ ਅੱਜ ਕੱਲ੍ਹ ਆਪਾਂ ਕਾਊਂਟਰੈਕਟ ਕਰ ਰਹੇ ਹਾਂ ਜਾਂ ਆਪਾਂ ਦੇਖ ਰਹੇ ਹਾਂ ਅੱਜ ਦੀ ਡੇਟ 'ਚ। ਜਿੱਦਾਂ ਆਪਾਂ ਗੱਲ ਕੀਤੀ ਕਿ ਕੋਵਿਡ ਦੇ ਮਰੀਜ਼ ਜਿਹੜੇ ਨੇ, ਕੋਵਿਡ ਦੇ ਪੇਸ਼ੈਂਟ, ਉਸ ਜਦੋਂ ਇਮਿਊਨਿਟੀ ਡਾਊਨ ਜਾਂਦੀ ਹੈ ਤਾਂ ਉਹਨਾਂ ਨੂੰ ਹੁੰਦਾ ਹੈ, ਹੈ ਨਾ, ਖਤਰਾ ਰਹਿੰਦਾ ਹੈ, ਹੁਣ ਦਾ ਖਤਰਾ। ਮਤਲਬ ਲੱਛਣ ਕੀ ਨੇ, ਪਤਾ ਕਿਵੇਂ ਲੱਗਦਾ ਹੈ? ਪਹਿਲਾਂ ਕੋਈ ਨਾ ਕੋਈ ਸਿਗਨਲ ਬੋਡੀ ਦੇ ਵਿੱਚ ਆਪਣੀ ਦੇ ਵਿੱਚ ਆਉਂਦਾ ਹੈ, ਜਾਂ ਫਿਰ ਜਮਾਂ ਜਦੋਂ ਇਸਨੇ ਅਟੈਕ ਕਰ ਦਿੰਦੀ ਹੈ ਉਸ ਤੋਂ ਬਾਅਦ ਹੀ ਪਤਾ ਲੱਗਦਾ ਹੈ?
ਐਕਚੁਅਲੀ ਨਾਰਮਲੀ ਇਹਦੇ 'ਚ ਕੀ ਹੁੰਦਾ ਹੈ ਕਿ ਜਦੋਂ ਦੇਖੋ ਜਿਹੜੇ ਸਾਈਨ ਐਂਡ ਸਿੰਪਟਮ ਹੁੰਦੇ ਆ, ਉਹ ਕਈ ਵਾਰੀ ਸਟਾਰਟ ਜਮਾਂ ਨਾਰਮਲ ਹੀ ਹੁੰਦੇ ਆ। ਨਾਰਮਲ ਕਿਵੇਂ ਐਂ ਲਗਾ ਲਓ ਕਿ ਨਾਰਮਲੀ ਇਹ ਨੇਜ਼ੋਫੈਰਿੰਕਸ ਤੋਂ ਸਟਾਰਟ ਹੁੰਦਾ। ਨੇਜ਼ੋਫੈਰਿੰਕਸ ਮਤਲਬ ਸਾਈਨਸਿਸ ਤੋਂ। ਸਾਈਨਸਿਸ 'ਚ ਕੀ ਹੁੰਦਾ ਹੈ ਕਿ ਜਿਵੇਂ ਨੱਕ ਬੰਦ ਹੋ ਗਿਆ ਕਿਸੇ ਬੰਦੇ ਦਾ ਥੋੜ੍ਹੇ ਦਿਨਾਂ ਵਾਸਤੇ, ਵੀ ਮੇਰੇ 2-4 ਦਿਨ ਹੋ ਗਏ, 5-7 ਦਿਨ ਹੋ ਗਏ, ਨੱਕ ਬੰਦ ਹੈ, ਐਵੇਂ ਹੀ ਮੈਨੂੰ ਡਿਸਚਾਰਜ ਆਈ ਜਾਂਦਾ ਨੱਕ ਥਾਣੀ, ਜਾਂ ਪੇਨ ਸਟਾਰਟ ਹੋ ਜਾਂਦਾ ਇੱਧਰਲੇ ਹਿੱਸੇ 'ਚੋਂ। ਠੀਕ ਹੈ, ਅੱਖ ਵਾਲੇ ਹਿੱਸੇ 'ਚ ਕੀ ਆਉਂਦਾ, ਜਿਹੜੇ ਕਿ ਆਪਣੀ ਸਪੈਸ਼ਲਿਟੀ ਹੈ, ਉਹਦੇ 'ਚ ਕੀ ਹੁੰਦਾ ਹੈ, ਰੈਟਰੋ ਔਰਬਿਟਲ ਪੇਨ, ਇੱਥੋਂ ਦੀ ਪਿੱਛੇ ਪੇਨ ਸਟਾਰਟ ਹੋ ਜਾਂਦਾ। ਅੱਖ ਹਲਕੀ ਹਲਕੀ ਐਂ ਲੱਗਣ ਲੱਗ ਪੈਂਦਾ ਕਿਸੇ ਨੂੰ ਕਿ ਹਲਕੀ ਹਲਕੀ ਬਾਹਰ ਨੂੰ ਆ ਰਹੀ ਹੈ, ਵੀ ਜਿਵੇਂ ਦੂਸਰੀ ਅੱਖ ਨਾਲੋਂ ਇੱਕ ਅੱਖ ਦਾ ਡਿਫਰੈਂਸ ਜ਼ਿਆਦਾ ਲੱਗਣ ਲੱਗ ਜਾਂਦਾ। ਕਈਆਂ ਨੂੰ ਡਬਲਿੰਗ ਵੀ ਹੋ ਜਾਂਦੀ ਹੈ, ਬਈ ਦੋ ਚੀਜ਼ਾਂ ਦਿਖਣ ਲੱਗ ਪੈਂਦੀ ਕਈ ਵਾਰੀ। ਹੁਣ ਨੋਰਮਲੀ ਡਬਲਿੰਗ ਬਹੁਤ ਕਾਰਨਾਂ ਕਰਕੇ ਹੁੰਦੀ ਹੈ, ਸ਼ੂਗਰ ਕਰਕੇ ਵੀ ਹੋ ਜਾਂਦੀ ਹੈ, ਬੀਪੀ ਕਰਕੇ ਵੀ ਹੋ ਜਾਂਦੀ, ਕਿਉਂਕਿ ਉਹਨਾਂ ਕਰਕੇ ਮਾਈਕਰੋ ਐਂਜੀਓਪੈਥੀ ਹੁੰਦੀ ਹੈ। ਤਾਂ ਕਰਕੇ ਇਹ ਕੁਝ ਸਾਈਨ ਐਂਡ ਸਿੰਪਟਮ ਹੈਗੇ ਆ। ਲਾਸ ਆਫ ਵਿਜ਼ਨ ਵੀ ਹੋ ਜਾਂਦਾ, ਨਿਗਾਹ ਘਟਣੀ ਸ਼ੁਰੂ ਹੋ ਜਾਂਦੀ ਇੱਕੋ ਦਮ, ਗੋਜ਼ ਡਾਊਨ, ਕਿਉਂਕਿ ਨਾਰਮਲੀ ਇਹਦੇ 'ਚ ਕੀ ਹੁੰਦਾ ਹੈ, ਵਾਸਕੂਲਰ ਓਕਲੂਜਨ ਜ਼ਿਆਦਾ ਛੇਤੀ ਕਰਦਾ ਹੈ। ਵਾਸਕੂਲਰ ਓਕਲੂਜਨ ਜਦੋਂ ਨਾੜ ਇੱਕ ਵਾਰੀ ਬਲੌਕ ਹੋਣੀ ਸਟਾਰਟ ਹੋ ਗਈ, ਉਦੋਂ ਬਾਅਦ ਆਪਾਂ ਨੂੰ ਥੋੜ੍ਹਾ ਕੌਸ਼ੀਅਸ ਰਹਿਣਾ ਪੈਂਦਾ ਕਿ ਕਿਤੇ ਸਾਨੂੰ ਇਹ ਪ੍ਰੋਬਲਮ ਤਾਂ ਨਹੀਂ। ਜੇ ਤੁਹਾਨੂੰ ਕੋਵਿਡ ਹੋ ਕੇ ਹਟਿਆ ਹੁਣੇ ਥੋੜ੍ਹੇ ਟਾਈਮ ਪਹਿਲਾਂ, 15 ਦਿਨ ਪਹਿਲਾਂ, 20 ਦਿਨ ਪਹਿਲਾਂ, ਮਹੀਨਾ 2 ਮਹੀਨੇ ਪਹਿਲਾਂ, ਅਤੇ ਤੁਹਾਨੂੰ ਪਤਾ ਹੈ ਕਿ ਤੁਸੀਂ ਹਾਈ ਰਿਸਕ 'ਚ ਆਉਂਦੇ ਹੋ, ਤੁਹਾਡੇ ਸਟੀਰੋਇਡ ਜ਼ਿਆਦਾ ਲੱਗੇ ਹੋਏ ਆ, ਜਾਂ ਤੁਹਾਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਹੈ, ਤੁਸੀਂ ਕੋਈ ਕਰੋਨਿਕ ਡਰੱਗਸ ਲੈ ਰਹੇ ਹੋ ਬਹੁਤ ਟਾਈਮ ਤੋਂ, ਤਾਂ ਤੁਹਾਨੂੰ ਕੌਸ਼ੀਅਸ ਹੋਣਾ ਪੈਂਦਾ ਕਿ ਜੇ ਮੈਨੂੰ ਇਹ ਸਾਰੇ ਸਾਈਨ ਐਂਡ ਸਿੰਪਟਮ ਹੈਗੇ ਹੈ, ਬਰਨਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਅੱਖ 'ਚ, ਪੇਨ ਹੋ ਰਿਹਾ ਹੈ, ਮੇਰਾ ਐਂ ਕਰਕੇ ਪੇਨ ਬਹੁਤ ਪਿੱਛੇ ਨੂੰ ਜਾਂਦਾ ਹੈ, ਡਬਲਿੰਗ ਹੋ ਰਹੀ ਹੈ ਚੀਜ਼ਾਂ ਦੀ, ਤਾਂ ਤੁਹਾਨੂੰ ਥੋੜ੍ਹਾ ਕੌਸ਼ੀਅਸ ਰਹਿਣਾ ਜ਼ਰੂਰੀ ਹੈ, ਤਾਂ ਕਿ ਅਰਲੀ ਸਟੇਜਸ 'ਤੇ ਜਿੰਨੀ ਕੁ ਛੇਤੀ ਆਪਾਂ ਮੈਡੀਸਨ ਸਟਾਰਟ ਕਰ ਦਾਂਗੇ, ਉਨਾ ਕੁ ਛੇਤੀ ਆਪਾਂ ਨੂੰ ਯੈਸ ਵੀ ਕੈਨ ਬੈਨੀਫਿਟ ਮਿਲਦਾ ਉਹਨਾਂ ਨੂੰ। ਅੱਛਾ, ਹੁਣ ਜਿੱਦਾਂ ਤੁਸੀਂ ਕਿਹਾ ਕਿ ਨੱਕ ਬੰਦ ਹੋਣ ਲੱਗ ਜਾਂਦਾ ਇੱਕ ਵਾਰ, ਹੈ ਨਾ, ਸ਼ੁਰੂਆਤ ਦੇ ਵਿੱਚ, ਬਟ ਉਹਨੂੰ ਤਾਂ ਸ਼ਾਇਦ ਆਪਣੇ ਲੋਕ ਜ਼ਿਆਦਾ ਸੀਰੀਅਸ ਨਹੀਂ ਲੈਂਦੇ, ਕਹਿੰਦੇ ਆ ਕਿ ਚੱਲ ਉੱਦਾਂ ਹੀ ਹੋ ਗਿਆ ਹੋਣਾ, ਠੰਡ ਲੱਗ ਗਈ ਹੋਣੀ, ਠੰਡਾ ਪਾਣੀ ਪੀਤਾ ਹੁਣ, ਇਹ ਚੀਜ਼ ਵੀ ਹੋ ਜਾਂਦੀ ਹੈ। ਨਹੀਂ ਬਿਲਕੁਲ ਕਈ ਲੋਕੀ ਮੈਨੂੰ ਦੱਸ ਰਹੇ ਆ, ਕਈ ਲੋਕੀ ਕਾਫੀ ਲੇਟ ਡਾਇਗਨੋਸਿਸ 'ਤੇ ਵੀ ਆਉਂਦੇ ਆ, ਬਟ ਉਹੀ ਹੈ ਨਾ, ਜੇ ਤੁਹਾਨੂੰ ਮੈਂ ਦੱਸ ਰਿਹਾ, ਜੇ ਤੁਹਾਡੇ ਰਿਸਕ ਫੈਕਟਰ ਹੈਗੇ ਆਲਰੇਡੀ, ਮੰਨ ਕੇ ਚਲੋ ਤੁਹਾਨੂੰ ਪਤਾ ਹੈ ਕਿ ਮੈਨੂੰ ਕੋਵਿਡ ਹੋ ਕੇ ਹਟਿਆ, ਜੇ ਮੈਂ ਆਲਰੇਡੀ ਡਾਇਬਟੀਜ਼ ਮੇਰੀ ਬਹੁਤ ਜ਼ਿਆਦਾ ਰਹਿੰਦੀ ਹੈ 500-700, ਤਾਂ ਤੁਹਾਨੂੰ ਇਹ ਮਾਈਨਰ ਗੱਲਾਂ ਵੀ ਤੁਹਾਨੂੰ ਇਗਨੋਰ ਨਹੀਂ ਕਰਨੀਆਂ ਚਾਹੀਦੀਆਂ। ਯੂ ਸ਼ੁਡਨਟ ਇਗਨੋਰ। ਮਾਈਨਰ ਤੋਂ ਮੇਜਰ ਤੱਕ ਕਿੰਨੇ ਦਿਨਾਂ ਦੇ ਵਿੱਚ ਇਫੈਕਟ ਕਰਦਾ ਹੈ? ਚਲੋ ਜੇਕਰ ਆਪਾਂ ਮੰਨ ਲਈਏ ਅੱਜ ਨੱਕ ਬੰਦ, ਉਸ ਤੋਂ ਬਾਅਦ ਦੇ ਆਪਣੇ ਹਾਈਐਸਟ ਲੈਵਲ ਤੱਕ ਕਿੰਨੇ ਦਿਨਾਂ ਤੱਕ ਪਹੁੰਚਦਾ ਹੈ? ਸਰ, ਜਦੋਂ ਇਮਿਊਨਿਟੀ ਲੋ ਹੁੰਦੀ ਹੈ, ਬੜੀ ਡਿਵਾਸਟੇਟਿੰਗ ਡਿਜ਼ੀਜ਼ ਹੈ। ਕਈਆਂ ਪੇਸ਼ੈਂਟਸ ਦੇ ਵਿੱਚ ਤਾਂ ਤੁਸੀਂ ਯਕੀਨ ਨਹੀਂ ਕਰੋਗੇ, ਵਿਦਿਨ 5 to 6 ਡੇਜ਼ ਕਹਾਣੀ ਖਤਮ ਹੋ ਜਾਂਦੀ ਹੈ, ਐਂਡ ਇਨ ਸਮ ਡੇਜ਼ ਕਈ ਵਾਰੀ 15 ਤੋਂ 20 ਦਿਨ ਵੀ ਲੱਗ ਜਾਂਦੇ। ਐਟ ਦਾ ਐਂਡ ਫਿਰ ਉਹੀ ਤੁਹਾਡਾ ਇਮਿਊਨਿਟੀ ਲੈਵਲ ਕੀ ਕਹਿੰਦਾ ਹੈ, ਉਸ 'ਤੇ ਡਿਪੈਂਡ ਕਰਦਾ, ਉਸ ਸਟੇਜ 'ਤੇ। ਮਤਲਬ ਤੁਹਾਡਾ ਜੇ ਇਮਿਊਨਿਟੀ ਲੈਵਲ ਬਹੁਤ ਘੱਟ ਹੈ, ਤੁਹਾਨੂੰ ਪਤਾ ਹੈ, ਤਾਂ ਕਈ ਵਾਰੀ ਡੈਵਾਸਟੇਟਿੰਗ ਡਿਜ਼ੀਜ਼ ਹੈ। ਆਪਾਂ ਸਟਾਰਟ ਕਰਦੇ ਹਾਂ, ਠੀਕ ਹੈ, ਨੱਕ ਬੰਦ ਹੈ, ਕੋਈ ਗੱਲ ਨਹੀਂ, ਨੈਕਸਟ ਡੇ ਪੇਨ ਹੋਣ ਲੱਗ ਪਿਆ, ਕੋਈ ਗੱਲ ਨਹੀਂ, ਫੀਵਰ ਹੋ ਗਿਆ, ਕੋਈ ਗੱਲ ਨਹੀਂ। ਆਪਾਂ ਵੀ ਟਰਾਈ ਟੂ ਇਗਨੋਰ ਸਾਈਨ ਐਂਡ ਸਿੰਪਟਮਸ ਸਮ ਟਾਈਮ। ਫੀਵਰ ਵੀ ਬਹੁਤ ਜ਼ਿਆਦਾ ਕਾਮਨ ਹੈ, ਫੀਵਰ ਹੋ ਜਾਂਦਾ, ਬਟ ਆਪਾਂ ਕਹਿੰਦੇ ਵੈਸੇ ਹੀ ਹੋਇਆ ਹੋਏਗਾ, ਕੋਈ ਦਿੱਕਤ ਵਾਲੀ ਗੱਲ ਨਹੀਂ, ਕਾਮਨ ਕੋਲਡ ਹੋਏਗਾ। ਬਟ ਆਪਾਂ ਕੀ ਚਾਹੁੰਦੇ ਆ ਕਿ ਤੁਹਾਨੂੰ ਜੇ ਪਤਾ ਹੈ ਕਿ ਤੁਹਾਡੇ ਰਿਸਕ ਫੈਕਟਰ ਹੈਗੇ ਆ, ਤਾਂ ਬਸ ਕੌਸ਼ੀਅਸ ਰਹੋ। ਐਸੇ ਤੁਹਾਨੂੰ ਕੋਈ ਵੀ ਸਿੰਪਟਮ ਲੱਗੇ, ਦਿਖਾਉਣ 'ਚ ਕੁਛ ਨਹੀਂ ਜਾਂਦਾ, 2 ਮਿੰਟ ਜਾਂ 5 ਮਿੰਟ ਦਿਖਾਉਣ 'ਚ ਕੁਛ ਨਹੀਂ ਜਾਂਦਾ, ਟਾਈਮ ਕੱਢੋ ਆਪਦੇ ਸਰੀਰ ਵਾਸਤੇ, ਐਂਡ ਯੂ ਸ਼ੁਡ ਵਿਜ਼ਿਟ ਦਾ ਡਾਕਟਰ। ਡਾਕਟਰ ਸਾਹਿਬ, ਹੋਰ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀਆਂ ਅੱਖਾਂ ਤੱਕ ਕੱਢਣੀਆਂ ਪੈ ਜਾਂਦੀਆਂ ਨੇ ਜਿਹੜੇ ਮਰੀਜ਼ ਆਉਂਦੇ ਨੇ ਬਲੈਕ ਫੰਗਸ ਦੇ। ਹਾਂਜੀ, ਐਕਚੁਅਲੀ ਕੀ ਹੁੰਦਾ ਹੈ ਕਿ ਜਦੋਂ ਇਹ ਵਧਣਾ ਸਟਾਰਟ ਹੁੰਦਾ ਹੈ, ਤਾਂ ਸਾਈਨਸਿਸ ਤੋਂ ਅੱਖ ਦਾ ਜਿਹੜਾ ਅੱਖ ਦਾ ਪਿਛਲਾ ਹਿੱਸਾ ਹੁੰਦਾ ਹੈ, ਜਿੱਥੋਂ ਦੀ ਆਪਣੀ ਨਾੜ ਆਉਂਦੀ ਹੈ ਦਿਮਾਗ ਤੋਂ, ਉਹ ਸਾਰਾ ਹਿੱਸਾ ਕਵਰ ਹੋਣਾ ਸਟਾਰਟ ਹੋ ਜਾਂਦਾ, ਉਹਨੂੰ ਇਫੈਕਟ ਕਰਨਾ ਸ਼ੁਰੂ ਕਰ ਦਿੰਦਾ। ਫਿਰ ਮਸਲਸ ਕੀ ਜਿਹੜੇ ਅੱਖ ਨੂੰ ਘੁਮਾਉਂਦੇ ਆ, ਇੱਧਰ ਉੱਧਰ ਕਰਦੇ ਆ। ਫਿਰ ਵਾਸਕੂਲਰ ਓਕਲੂਜਨ ਕੀ ਜਿਹੜੀਆਂ ਨਾੜਾਂ ਆਪਣੀ ਅੱਖ ਦੀ ਬਲੱਡ ਨੂੰ, ਜਿਹੜੇ ਬਲੱਡ ਪਹੁੰਚਾਉਂਦੀਆਂ, ਉਹਨਾਂ ਸਾਰਿਆਂ ਨੂੰ ਜਦੋਂ ਇਨਵੇਡ ਕਰਨ ਲੱਗ ਪੈਂਦਾ ਹੈ, ਤਾਂ ਕਰਕੇ ਸਾਰੇ ਅਸਰ ਨੂੰ ਉੱਲੀ ਲੱਗ ਜਾਂਦੀ ਉਹਨੂੰ ਸਾਰੇ ਨੂੰ। ਤਾਂ ਉਹ ਜਿਵੇਂ ਜਿਵੇਂ ਵੱਧਦਾ ਰਹੇਗਾ, ਉਸ ਹਿਸਾਬ ਨਾਲ ਸਿੰਪਟਮਸ ਆਉਂਦੇ ਆ, ਜਿਵੇਂ ਅੱਖ ਬਾਹਰ ਆ ਗਈ, ਜਿਵੇਂ ਜਿਵੇਂ ਵੱਧਦਾ ਰਹੇਗਾ, ਨਿਗਾਹ ਇੱਕੋਦਮ ਘਟ ਗਈ, ਡਬਲਿੰਗ ਹੋਣ ਲੱਗ ਪਈ, ਠੀਕ ਹੈ। ਉਸ ਕੇਸ 'ਚ ਕੀ ਹੁੰਦਾ ਹੈ, ਉਸ ਕੇਸ 'ਚ ਜਦੋਂ ਇੰਨੇ ਕੁ ਐਕਸਟੈਂਟ ਤੱਕ ਵੱਧ ਜਾਂਦਾ, ਤਾਂ ਫਿਰ ਆਪਾਂ ਨੂੰ ਇੱਕ ਡਿਸੀਜ਼ਨ ਲੈਣਾ ਪੈਂਦਾ ਹੈ ਕਿ ਨਾਓ ਵੀ ਨੀਡ ਟੂ, ਨਾਲ ਤਾਂ ਤੁਹਾਡਾ ਐਂਟੀਬਾਇਓਟਿਕ ਦਾ ਕਵਰ ਚੱਲਦਾ ਰਹੇਗਾ, ਜਿਹੜਾ ਐਂਫੋਟੈਰੀਸਿਨ ਬੀ ਦਾ ਚੱਲਣਾ, ਨਾਲ ਤੁਹਾਡਾ ਇਹਦੀ ਐਕਸੈਂਟਰੇਸ਼ਨ ਕਰਨੀ ਪੈਂਦੀ ਹੈ। ਜੇ ਕਾਫੀ ਜ਼ਿਆਦਾ ਵੱਧ ਜਾਵੇ ਤਾਂ ਉਹ ਐਕਸੈਂਟਰੇਸ਼ਨ ਕੀ ਹੁੰਦੀ ਹੈ ਕਿ ਅੱਖ ਕੱਢਣੀ ਪੈਂਦੀ ਹੈ, ਅਤੇ ਪਿੱਛੋਂ ਤੱਕ ਜਿੱਥੋਂ ਤੱਕ ਗਿਆ ਹੋਇਆ ਉੱਥੋਂ ਤੱਕ ਆਪਾਂ ਨੂੰ ਇਹਨੂੰ ਐਕਸਰਸਾਈਜ਼ ਕਰਨਾ ਪੈਂਦਾ। ਸਫਾਈ ਜਿਹਨੂੰ ਆਪਾਂ ਕਹਿੰਦੇ ਹਾਂ ਚੰਗੀ ਤਰ੍ਹਾਂ ਕੂੜੇ ਕਰਕਟ ਦੀ, ਉਸ ਹਿਸਾਬ ਨਾਲ ਕਰਨੀ ਪੈਂਦੀ ਹੈ ਕਿ ਬਈ ਇਹ ਬਿਲਕੁਲ ਸਾਫ਼ ਕਰਨਾ। ਹੁਣ ਨੋਰਮਲੀ ਕੀ ਹੁੰਦਾ ਹੈ, ਆਪਾਂ ਨੂੰ ਹੁਣ ਨੇਕਡ ਆਈ ਨਾਲ ਕਦੇ ਨਹੀਂ ਦਿਖਦਾ ਸਰਜਰੀ ਕਰਦੇ ਹੋਏ, ਤਾਂ ਫਿਰ ਲੋਕ ਕੀ ਕਰਦੇ ਆ, ਡਾਕਟਰਸ ਇੱਕ ਸੈਂਪਲ ਭੇਜ ਦਿੰਦੇ ਆ। ਜਦੋਂ ਤੱਕ ਮੈਨੂੰ ਲੱਗ ਗਿਆ ਕਿ ਹਾਂ ਠੀਕ ਹੈ, ਮੈਂ ਇੰਨਾ ਹਿੱਸਾ ਕਲੀਅਰ ਕਰਤਾ, ਸੈਂਪਲ ਭੇਜ ਦਿੰਦੇ ਹਿਸਟੋਪੈਥੋਲੋਜੀ 'ਚ, ਉਹ ਨਾਲ ਦੀ ਨਾਲ ਦੇਖ ਲੈਂਦੇ ਆ ਬਈ
ਹਜੇ ਨਹੀਂ ਰਹਿੰਦੀ ਹੈ ਥੋੜ੍ਹੀ ਜਿਹੀ, ਹੋਰ ਸਾਫ਼ ਕਰੋ, ਉਹ ਫਿਰ ਹਲਕਾ ਜਿਹਾ ਅੱਗੇ ਹੋਰ ਸਾਫ਼ ਕਰਨਾ ਪੈਂਦਾ। ਨਾਓ ਦੈਟ ਡਿਪੈਂਡਸ, ਉਹ ਡਿਪੈਂਡ ਕਰ। ਪਰ ਜੇਕਰ ਪਹਿਲਾਂ ਪਤਾ ਲੱਗ ਜੇ ਤਾਂ ਇਹਨੂੰ ਰੋਕਿਆ ਜਾ ਸਕਦਾ ਹੈ। ਹਾਂਜੀ, ਐਂਫੋਟੈਰੀਸਿਨ B ਇੰਜੈਕਸ਼ਨ ਹੈਗਾ, ਉਹਦੇ ਨਾਲ ਐਟਲੀਸਟ ਜੇ ਅਰਲੀ ਸਟੇਜਸ 'ਚ 1-2 ਦਿਨਾਂ 'ਚ ਪਤਾ ਲੱਗ ਜਾਵੇ ਤਾਂ ਹੋ ਸਕਦਾ ਕੁਛ ਨਾ ਕਰਨ ਦੀ ਲੋੜ ਪਵੇ, ਕਿਉਂਕਿ ਆਫਟਰ ਆਲ ਇਟ ਇਜ਼ ਅ ਫੰਗਸ। ਹੁਣ ਰਿਸਪੌਂਸ ਤੇ ਬਾਡੀ ਦੇ ਰਿਸਪੌਂਸ 'ਤੇ ਹੈ ਬਈ ਇੰਜੈਕਸ਼ਨ ਤੁਹਾਡੀ ਬਾਡੀ 'ਚ ਕੀ ਰਿਸਪੌਂਸ ਦਿੰਦਾ। ਇੰਜੈਕਸ਼ਨ ਦੇ ਰਿਜ਼ਲਟ ਵਧੀਆ ਹੈ, ਬਟ ਨੋ ਡਾਊਟ ਕਈ ਵਾਰੀ ਲਗਾਉਣ ਦੇ ਬਾਵਜੂਦ ਵੀ ਕਈਆਂ ਦੀ ਇਮਿਊਨਿਟੀ ਇੰਨੀ ਜ਼ਿਆਦਾ ਲੋ ਹੁੰਦੀ ਹੈ ਕਿ ਫਿਰ ਵੀ ਫੈਲਦਾ ਰਹਿੰਦਾ। ਤਾਂ ਹੀ ਇਟਸ ਅ ਅਰਲੀ ਸਟੇਜ ਓਨਲੀ। ਜਿੰਨੀ ਕੁ ਛੇਤੀ ਆਪਦੇ ਡਾਕਟਰ ਕੋਲੇ ਪਹੁੰਚ ਕੇ ਯੂ ਗੈਟ ਦਾ ਟਰੀਟਮੈਂਟ ਸਟਾਰਟ ਕਰਵਾ ਲਓਗੇ ਉਨਾ ਬੈਟਰ ਰਹੋਗੇ, ਤਾਂ ਇਟਸ ਅ ਬੈਟਰ ਥਿੰਗ। ਅੱਛਾ, ਬਲੈਕ ਫੰਗਸ ਤੇ ਵਾਈਟ ਫੰਗਸ ਦੇ ਵਿੱਚ ਡਿਫਰੈਂਸ ਕੀ ਹੈ? ਬਲੈਕ ਫੰਗਸ ਇਜ਼ ਐਕਚੁਅਲੀ ਮਿਊਕਰਮਾਈਕੋਸਿਸ, ਠੀਕ ਹੈ। ਵਾਈਟ ਫੰਗਸ ਬਾਕੀ ਵਾਈਟ ਹੀ ਹੁੰਦੀ ਹੈ, ਜਿਵੇਂ ਕਈਆਂ ਦੇ ਸੱਟ ਵੱਜ ਜਾਂਦੀ ਹੈ ਜਾਂ ਦਰਦ ਹੈ, ਉਹਨੂੰ ਸਾਨੂੰ ਵਾਈਟ ਫੰਗਸ ਕਹਿੰਦੇ ਆ। ਉਹ 'ਚ ਕੈਂਡੀਡਾ ਆ ਜਾਂਦੀ ਹੈ, ਉਹ 'ਚ ਕ੍ਰਿਪਟੋਕੋਕਸ ਆ ਜਾਂਦੀ ਹੈ, ਇਹ ਜਿਹੀਆਂ ਚੀਜ਼ਾਂ ਆ ਜਾਂਦੀਆਂ। ਮਿਊਕਰਮਾਈਕੋਸਿਸ ਦਾ ਨਾਮ ਬਲੈਕ ਫੰਗਸ, ਇਹ ਫੈਮਿਲੀ ਹੈ ਇੱਕ, ਉਹਦੇ 'ਚੋਂ ਮਿਊਕਰਮਾਈਕੋਸਿਸ ਇੱਕ ਹੈ। ਮਿਊਕਰਮਾਈਕੋਸਿਸ ਨੂੰ ਨਾਮ ਤਾਂ ਬਲੈਕ ਫੰਗਸ ਦਿੱਤਾ ਗਿਆ ਕਿਉਂਕਿ ਇਹ ਜਿੱਥੇ ਵੀ ਜਾਂਦੀ ਹੈ ਕਾਲਾ ਕਰ ਦਿੰਦੀ ਹੈ ਉਹਨੂੰ, ਤਾਂ ਕਰ ਜਸਟ ਏ ਕਾਮਨ ਨੇਮ ਬਈ ਜੇ ਮਤਲਬ ਦੇਖਣ ਦੇ ਪਤਾ ਲੱਗ ਗਿਆ ਵੀ ਦਿਸ ਇਜ਼ ਅ ਫੈਮਿਲੀ ਆਫ ਜਾਈਗੋਮਸ। ਕਿਉਂਕਿ ਮੈਂ ਤਾਂ ਪੁੱਛਿਆ ਨਾ, ਜਿੱਦਾਂ ਨਿਊਜ਼ਸ ਆਉਂਦੀਆਂ ਡੇਲੀ, ਲੋਕ ਵੀ ਸੁਣਦੇ ਕਿ ਬਲੈਕ ਫੰਗਸ, ਪਹਿਲਾਂ ਕੋਵਿਡ, ਉਸ ਤੋਂ ਬਾਅਦ ਬਲੈਕ ਫੰਗਸ ਸੁਣਿਆ, ਹੁਣ ਸੋਚਿਆ ਯਾਰ ਵਾਈਟ ਫੰਗਸ ਇੱਕ ਨਵੀਂ ਬਿਮਾਰੀ ਹੈ। ਮੈਂ ਤਾਂ ਪੁੱਛਿਆ ਕਿ ਡਿਫਰੈਂਸ ਆਪਾਂ ਨੂੰ ਪਤਾ ਲੱਗੇ ਕਿ ਕੀ ਹੈ। ਲੋਕਾਂ ਦੇ ਵਿੱਚ ਇੱਕ ਹਊਆ ਨਹੀਂ ਬਣਿਆ, ਧਾਰਨਾਵਾਂ ਵੱਖ-ਵੱਖ ਬਣਾ ਲੈਂਦੇ ਆ। ਐਕਚੁਅਲੀ ਵਾਈਟ ਫੰਗਸ ਇੱਦਾਂ ਨਹੀਂ ਹੈਗਾ ਕਿ ਬਈ ਬਲੈਕ ਫੰਗਸ ਕਰਕੇ ਵਾਈਟ ਫੰਗਸ ਕਰਕੇ ਵੀ ਡਿਜ਼ੀਜ਼ਸ ਹੁੰਦੀਆਂ ਬਹੁਤ, ਬਟ ਇੱਦਾਂ ਹੁੰਦਾ ਹੈ ਕਿ ਬਈ ਅੱਜ ਕੱਲ੍ਹ ਚੱਲ ਰਿਹਾ ਇਹ ਜ਼ਿਆਦਾ ਹੈ, ਤਾਂ ਕਰਕੇ ਇਮਿਊਨਿਟੀ ਲੋ ਕਰਕੇ ਵਾਈਟ ਫੰਗਸ ਨਾਲ ਵੀ ਡਿਜ਼ੀਜ਼ਸ ਹੁੰਦੀਆਂ, ਬਟ ਉਹ ਇੰਨੀਆਂ ਕੁ ਜ਼ਿਆਦਾ ਉਹ ਨਹੀਂ ਹੁੰਦੀਆਂ, ਇੰਨੀਆਂ ਡੈਵਾਸਟੇਟਿੰਗ ਨਹੀਂ ਹੁੰਦੀਆਂ। ਉਹ ਇੱਦਾਂ ਲੱਗਦਾ ਕਿ ਉਹ ਕੰਟਰੋਲ ਕੀਤੀਆਂ ਜਾ ਸਕਦੀਆਂ, ਮਤਲਬ ਦੈਟ ਇਜ਼ ਨਾਟ ਦੈਟ ਬੈਡ ਐਕਚੁਅਲੀ ਜਿੰਨੀ ਕਿ ਇਹ ਮਾੜੀ ਹੈ। ਬਲੈਕ ਫੰਗਸ ਦੇ ਪੇਸ਼ੈਂਟ ਨੂੰ ਕੀ ਸਾਵਧਾਨੀਆਂ ਜਿਹੜੀਆਂ ਨੇ ਉਹ ਰੱਖਣੀਆਂ ਚਾਹੀਦੀਆਂ? ਬਲੈਕ ਫੰਗਸ ਦਾ ਇੱਕ ਤਾਂ ਸਭ ਤੋਂ ਪਹਿਲਾਂ ਕੋਸ਼ੀਅਸ ਹੀ ਆਪਣਾ ਸ਼ੂਗਰ ਲੈਵਲ ਉਹਨਾਂ ਨੂੰ ਬਹੁਤ ਜ਼ਿਆਦਾ ਤਕੜਾ ਮੇਨਟੇਨ ਕਰਕੇ ਰੱਖਣਾ ਚਾਹੀਦਾ, ਕਿਉਂਕਿ ਹਜੇ ਤੱਕ ਜਿੰਨੇ ਕੁ ਨੋਟਿਸ ਆਏ ਆ, ਮਤਲਬ ਜੇ 100 ਪੇਸ਼ੈਂਟ ਮੰਨ ਕੇ ਚੱਲੋ ਬਲੈਕ ਫੰਗਸ ਦਾ ਆਇਆ, ਤਾਂ ਵਿੱਚੋਂ ਆਲਮੋਸਟ 90 to 95% ਈਦਰ ਵਰ ਟੇਕਿੰਗ ਸਟੀਰੋਇਡਸ ਜਾਂ ਡਾਇਬਟਿਕ ਸੀਗੇ, ਜਾਂ ਪਹਿਲਾਂ ਕੋਈ ਕਰੋਨਿਕ ਏਲਮੈਂਟ ਵਾਸਤੇ ਬਹੁਤ ਲੰਬੇ ਟਾਈਮ ਤੋਂ ਕੋਈ ਮੈਡੀਸਨ ਲੈ ਰਹੇ ਸੀਗੇ। ਤਾਂ ਕਰਕੇ ਇੱਕ ਤਾਂ ਕੋਸ਼ੀਅਸ ਹੀ ਹੋਣਾ ਪਏਗਾ ਕਿ ਤੁਹਾਨੂੰ ਮਾੜਾ ਜਿਹਾ ਵੀ ਸਿੰਪਟਮ ਹੈ, ਤੁਹਾਨੂੰ ਫੀਵਰ ਵੀ ਹੋਵੇ ਆਫਟਰ ਕੋਵਿਡ, ਨੱਕ ਬੰਦ ਹੋਵੇ, ਕੋਈ ਪੇਨ ਹੋਵੇ, ਆਈਜ਼ ਰਿਲੇਟਡ ਡਬਲ ਵਿਜ਼ਨ ਹੋਵੇ, ਕੋਈ ਵੀ ਵਾਸਕੂਲਰ ਓਕਲੂਜਨ ਹੋਵੇ। ਹੁਣ ਕਈਆਂ ਨੂੰ ਜਿਹੜੀ ਪਰਦੇ ਦੀ ਨਾੜ ਹੈ ਉਹ ਬੰਦ ਹੋ ਜਾਂਦੀ ਹੈ ਪਿੱਛੋਂ ਦੀ, ਦੈਟ ਕੈਨ ਆਲਸੋ ਬੀ ਡਿਊ ਟੂ ਬਲੈਕ ਫੰਗਸ। ਬਟ ਇੱਦਾਂ ਹੈ ਕਿ ਦੇ ਨੀਡ ਟੂ ਬੀ ਕੋਸ਼ੀਅਸ। ਦੂਜੀ ਗੱਲ, ਹਿਊਮਿਡ ਐਨਵਾਇਰਨਮੈਂਟ ਤੋਂ ਥੋੜ੍ਹਾ ਜਿਹਾ ਬਚਾਅ ਰੱਖਣਾ ਚਾਹੀਦਾ ਹੈ। ਮਾਸਕ ਆਪਣੇ ਰੋਜ਼ ਪਾ ਕੇ ਰੱਖਣਾ ਚਾਹੀਦਾ। ਇੱਦਾਂ ਨਹੀਂ ਹੈਗਾ ਵੀ ਕੋਵਿਡ ਹੁਣ ਹੋ ਕੇ ਹਟ ਗਿਆ ਤਾਂ ਵੀ ਸ਼ੁੱਡ ਅਵੋਇਡ ਵੀਅਰਿੰਗ ਮਾਸਕ ਵਗੈਰਾ ਨਹੀਂ। ਵੈਟ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ, ਜਿਵੇਂ ਕੱਪੜੇ ਹੋ ਗਏ, ਮਾਸਕ ਹੋ ਗਏ। ਅਤੇ ਮਾਸਕ ਟਰਾਈ ਟੂ ਚੇਂਜ, ਜਾਂ ਤਾਂ ਉਹਨੂੰ ਵਾਸ਼ ਕਰ ਲਓ ਆਫਟਰ 2-3 ਡੇਜ਼, ਠੀਕ ਹੈ, ਨਹੀਂ ਤਾਂ ਕੱਪੜੇ ਦੇ ਆਉਂਦੇ ਹੈਗੇ ਆ 1-2 ਦਿਨਾਂ ਬਾਅਦ। ਜੇ N95 ਯੂਜ਼ ਕਰ ਰਹੇ ਹੋ ਤਾਂ ਚੇਂਜ ਇਟ ਆਫਟਰ 3-4 ਡੇਜ਼, 4-5 ਡੇਜ਼। ਇੱਕ ਚੀਜ਼ ਹੋਰ, ਤੁਸੀਂ ਮਾਸਕ ਦੀ ਤੁਸੀਂ ਬੜੀ ਵਧੀਆ ਗੱਲ ਕੀਤੀ ਆ। ਇਹ ਵੀ ਮੈਂ ਨਾ ਕਿਤੇ ਪੜ੍ਹਿਆ ਸੀ, ਸੁਣਨ ਦੇ ਵਿੱਚ ਵੀ ਬੜਾ ਹੈ ਕਿ ਜੇਕਰ ਸਿੰਗਲ ਮਾਸਕ ਨੂੰ ਵਾਰੀ-ਵਾਰੀ ਯੂਜ਼ ਕਰ ਰਹੇ ਹਾਂ ਤਾਂ ਉਹ ਵੀ ਇੱਕ ਕਾਰਨ ਬਣਦਾ ਬਲੈਕ ਫੰਗਸ। ਯੈਸ, ਕਿਉਂਕਿ ਉਹ 'ਤੇ ਜਿਹੜੀ ਗੰਦਗੀ ਲੱਗਦੀ ਹੈ ਸਾਰੀ ਉਸ ਮਾਸਕ ਦੇ ਉੱਤੇ, ਕਿਉਂਕਿ ਕਈ ਮਾਸਕ ਕਾਂਟ ਬੀ ਵਾਸ਼ਡ, ਉਹ ਵਾਸ਼ ਨਹੀਂ ਹੋ ਸਕਦੇ, ਠੀਕ ਹੈ। ਉਹ 'ਤੇ ਜਿਹੜੀ ਗੰਦਗੀ ਲੱਗਦੀ ਹੈ, ਜਾਂ ਜੇ ਆਪਾਂ ਨੂੰ ਧੋ ਲੈਂਦੇ ਹਾਂ ਤਾਂ ਉਹ ਹਿਊਮਿਡ ਹੋ ਜਾਂਦਾ, ਆਪਾਂ ਉਹਨੂੰ ਇਨਹੇਲ ਕਰਦੇ ਰਹਿੰਦੇ ਹਾਂ, ਤਾਂ ਜਿਹੜੀ ਨਾਰਮਲ ਜਿਹੜੀ ਫੰਗਸ ਵੀ ਹੈ ਉਹ ਹਿਊਮਿਡ ਐਨਵਾਇਰਨਮੈਂਟ 'ਚ ਗਰੋ ਕਰਦੀ ਹੈ। ਦੈਟ ਗਰੋਜ਼ ਇਨ ਹਿਊਮਿਡ ਐਨਵਾਇਰਨਮੈਂਟ। ਥੋੜ੍ਹਾ ਜਿਹਾ ਵੀ ਸਿੱਲਨ ਹੋ ਗਈ, ਉੱਥੇ ਫੰਗਸ ਨੇ ਗਰੋ ਕਰ ਜਾਣਾ। ਹੁਣ ਤੁਸੀਂ ਆਪ ਦੇਖ ਲਓ, ਜਿਹੜੀਆਂ ਚੀਜ਼ਾਂ ਤੁਸੀਂ ਉਹਦੇ ਕੰਟੈਕਟ 'ਚ ਜ਼ਿਆਦਾ ਰਹੋਗੇ ਉੱਥੇ ਜ਼ਿਆਦਾ ਹੈ। ਹੌਸਪੀਟਲ ਵਗੈਰਾ ਜਾਂਦੇ ਹੋ ਜਾਂ ਕੁਛ ਵੀ ਜਾਂਦੇ ਹੋ ਤਾਂ ਉਹਦੇ ਮਾਸਕ ਵਗੈਰਾ ਦਾ ਨੈਵਰ, ਕਦੇ ਵੀ ਮਾਸਕ ਤੋਂ ਬਿਨਾਂ ਕਿਤੇ ਵੀ ਨਾ ਜਾਓ। ਐਂਡ ਟਰਾਈ ਟੂ ਅਵੋਇਡ ਕਿ ਬਈ ਕਰਾਊਡ 'ਚ ਡੋਂਟ ਗੋ ਇਨ ਦਾ ਕਰਾਊਡਸ। ਜਿੰਨੇ ਦਿਨ ਹੈਗੇ ਹਾਈ ਰਿਸਕ ਪੀਪਲ ਸ਼ੁੱਡ ਸਟੇ ਐਟ ਹੋਮ, ਐਜ਼ ਸਿੰਪਲ ਐਜ਼ ਦੈਟ। ਹੋਰ ਦੱਸੋ, ਜਿੱਦਾਂ ਕਿਸੇ ਨੂੰ ਪਹਿਲਾਂ ਆਈਸਾਈਟ ਦੀ ਪ੍ਰੋਬਲਮ, ਆਈਸਾਈਟ ਘੱਟ ਆ ਜਾਂ ਕਿਸੇ ਵੀ ਤਰ੍ਹਾਂ ਦੀ ਅੱਖਾਂ ਦੀ ਪ੍ਰੋਬਲਮ ਆ, ਉਹਦੇ 'ਤੇ ਜ਼ਿਆਦਾ ਇਫੈਕਟ ਕਰਦੇ ਆ ਬਲੈਕ ਫੰਗਸ ਦੇ, ਜੇਕਰ ਉਹ ਬਲੈਕ ਫੰਗਸ ਦੇ ਪੇਸ਼ੈਂਟ ਦੇ ਵਿੱਚ ਆਉਂਦਾ ਹੈ? ਐਕਚੁਅਲੀ ਆਈਸਾਈਟ ਡਾਇਰੈਕਟ ਰਿਲੇਸ਼ਨ ਨਹੀਂ ਹੈਗਾ, ਕੋਵਿਡ ਦਾ ਜ਼ਰੂਰ ਸੀਗਾ। ਕੋਵਿਡ ਕਰਕੇ ਕੀ ਹੁੰਦਾ ਹੈ ਕਿ ਇਹਦੇ 'ਚ ਜਿਹੜੀ ਕੋਆਗੂਬਿਲਿਟੀ ਹੈ ਬਲੱਡ ਦੀ, ਆਪਾਂ ਕਹਿੰਦੇ ਹਾਂ ਕਿ ਜੰਮਣ ਦੀ ਜਿਹੜੀ ਕਸ਼ਮਤਾ ਹੈ ਉਹ ਵੱਧ ਜਾਂਦੀ ਹੈ। ਬਲੱਡ ਜੰਮਦਾ ਬਹੁਤ ਹੈ ਕੋਵਿਡ 'ਚ, ਤਾਂ ਕਰਕੇ ਉਹਦੇ ਕਰਕੇ ਅਸੀਂ ਵੇਨ ਓਕਲੂਜਨਸ ਦੇਖੇ ਹੋਏ ਆ। ਮਤਲਬ ਜਿਵੇਂ ਕਿਸੇ ਦੀ ਨਾੜ ਬੰਦ ਹੋ ਗਈ ਪਿੱਛੋਂ, ਮਤਲਬ ਉਹਨਾਂ ਦੇ ਜੇ ਕੋਵਿਡ ਇੱਕ ਅੱਧੇ ਦਾ ਕਰਵਾਇਆ ਤਾਂ ਕਿਸੇ ਦਾ ਕਰਵਾਇਆ ਤਾਂ ਕਈਆਂ ਦਾ ਪੋਜ਼ੀਟਿਵ ਆਇਆ। ਤਾਂ ਕਰਕੇ ਉਸ ਕੰਡੀਸ਼ਨ 'ਚ ਕੀ ਹੈ ਕਿ ਜਦੋਂ ਕੋਆਗੂਬਿਲਿਟੀ ਵੱਧਦੀ ਹੈ, ਬਲੱਡ ਦੀ ਜਿਹੜੀ ਜਮਾਵਟ ਆ ਉਹ ਵੱਧਦੀ ਹੈ,
ਉਹਦੇ ਕਰਕੇ ਉਹ 'ਤੇ ਅਸਰ ਪੈਂਦਾ। ਬਟ ਬਲੈਕ ਫੰਗਸ ਨਾਲ ਐਜ਼ ਇਟ ਇਜ਼ ਕੋਈ ਡਾਇਰੈਕਟ ਰਿਲੇਸ਼ਨ ਨਹੀਂ ਹੈਗਾ ਇਕੱਲੀ ਆਈ ਦਾ। ਇਟਸ ਆਲ ਇਨ ਇਮਿਊਨ ਸਿਸਟਮ। ਉਹ ਸਾਰਾ ਤੁਹਾਡਾ ਇਮਿਊਨ ਬੋਡੀ ਤੁਹਾਡੀ ਕੀ ਕਹਿੰਦੀ ਹੈ ਉਹ 'ਤੇ ਕਵਰ ਹੋਏਗਾ, ਨਾਟ ਇਨ ਦਾ ਅਦਰ ਸੈਂਸ ਅਰਾਊਂਡ। ਬਈ ਇਹ ਨਹੀਂ ਬਈ ਅੱਖ 'ਚ ਤੁਹਾਡੇ ਪਹਿਲਾਂ ਕਦੇ ਹੋਇਆ ਸੀਗਾ 2 ਸਾਲ 4 ਸਾਲ ਪਹਿਲਾਂ ਨਾੜ ਬੰਦ ਹੋ ਗਈ ਜਾਂ ਕੁਝ ਹੋਇਆ ਹੋਇਆ। ਅੱਖ ਦੀ ਲੋਕਲ ਇਮਿਊਨਿਟੀ ਨਹੀਂ ਹੁੰਦੀ, ਬੋਡੀ ਦੀ ਇਮਿਊਨਿਟੀ ਤੁਹਾਡੀ ਕੀ ਕਹਿੰਦੀ ਹੈ ਉਹ ਫੈਕਟਰ ਕਾਊਂਟ ਹੋਣਗੇ, ਨਾਟ। ਡਾਕਟਰ ਸਾਹਿਬ ਮਤਲਬ ਹੁਣ ਆਖਰੀ ਸਵਾਲ ਹੈ ਕਿ ਬਚਿਆ ਕਿਵੇਂ ਜਾ ਸਕਦਾ ਆ, ਕਿਵੇਂ ਬਚਾ ਕਰੀਏ? ਬਚਿਆ ਇਹਦੇ ਵਾਸਤੇ ਤਾਂ ਦੇਖੋ ਜੀ, ਮੈਂ ਹੁਣ ਵੀ ਦੱਸ ਕੇ ਹਟਿਆ, ਇੱਕ ਤਾਂ ਮਾਸਕ ਵਗੈਰਾ ਆਪਦਾ ਪਾ ਕੇ ਰੱਖੋ। ਤੁਹਾਨੂੰ ਕੋਈ ਵੀ ਅਰਲੀ ਸਾਈਨ ਐਂਡ ਸਿੰਪਟਮ ਆਉਂਦੇ ਆ, ਯੂ ਸ਼ੁੱਡ ਰਸ਼ ਟੂ ਯੋਰ ਡਾਕਟਰ। ਤੁਹਾਨੂੰ ਪਤਾ ਤੁਹਾਨੂੰ ਕੋਵਿਡ ਹੋ ਕੇ ਹਟਿਆ, ਮੇਰੀ ਹਾਈ ਰਿਸਕ ਮੈਡੀਸਨ ਚੱਲ ਰਹੀ ਹੈ ਜਾਂ ਚੱਲ ਚੁੱਕੀ ਹੈ, ਤਾਂ ਤੁਹਾਨੂੰ ਯੂ ਵਿਜ਼ਿਟ ਅ ਡਾਕਟਰ। ਅਵੋਇਡ ਕਰਾਊਡ, ਹਾਈ ਰਿਸਕ ਵਾਲੇ ਪੇਸ਼ੈਂਟਸ ਨੂੰ ਜਾਂ ਵੈਸੇ ਪੇਸ਼ੈਂਟ ਨੂੰ ਵੈਸੇ ਹੀ ਕਰਾਊਡ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ। ਅਤੇ ਆਖਰੀ ਗੱਲ, ਹਿਊਮਿਡ, ਜਿੰਨਾ ਕੁ ਹਿਊਮਿਡ ਇਨਵਾਇਰਮੈਂਟ ਹੋਏਗਾ ਉਹਦੇ 'ਚ ਗਰੋ ਜ਼ਿਆਦਾ ਕਰੇਗਾ। ਤਾਂ ਕਰਕੇ ਜਿਹੜੇ ਹਾਈ ਰਿਸਕ ਵਾਲੇ ਪੇਸ਼ੈਂਟ ਹੈਗੇ ਆ, ਦੇ ਨੀਡ ਨਾਟ, ਹੁਣ ਜਿਵੇਂ ਘਰੇ ਕੂਲਰ ਲੱਗਿਆ ਹੁੰਦਾ, ਸਿਲਣ ਚੱਲਦੀ ਰਹਿੰਦੀ ਹੈ ਸਾਰੇ ਘਰੇ, ਉਹਦੇ ਨਾਲ ਵੀ ਪ੍ਰੋਬਲਮ ਕਾਫੀ ਜ਼ਿਆਦਾ ਆ ਜਾਂਦੀ ਹੈ। ਤਾਂ ਟੀ ਟੂ ਅਵੋਇਡ। ਆਖਰੀ ਸੁਨੇਹਾ ਕੀ ਰਹੇਗਾ? ਆਖਰੀ ਸੁਨੇਹਾ ਤਾਂ ਇਹੀ ਰਹੇਗਾ ਜੀ, ਬਹੁਤ ਮਾੜਾ ਟਾਈਮ ਚੱਲ ਰਿਹਾ ਆਪਣੀ ਧਰਤੀ ਵਾਸਤੇ, ਆਪਣੀ ਮਾਨਵ ਜਾਤੀ ਵਾਸਤੇ, ਅਤੇ ਸਾਰੇ ਆਪਣਾ ਆਪਣਾ ਖਿਆਲ ਰੱਖੋ। ਥੋੜ੍ਹੇ ਦਿਨ ਹੀ ਹੈ, ਇੱਕ ਵਾਰੀ ਜਦੋਂ ਇਹ ਪਾਸ ਹੋ ਜਾਣਗੇ ਮੇਰੇ ਖਿਆਲ ਫਿਰ ਬਹਾਰਾਂ ਖਿੜਨਗੀਆਂ ਆਪਣੇ ਇੱਥੇ। ਵੀ ਸ਼ੁੱਡ ਬੀ ਬੈਕ ਇਨ ਯਰ ਫਾਰਮ ਅਗੇਨ। ਤਾਂ ਕਰਕੇ ਬਸ ਇਹੀ ਹੈ ਸਰ। ਤੁਸੀਂ ਕੀਮਤੀ ਸਮੇਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਮੇਰੇ ਨਾਲ ਡਾਕਟਰ ਪੰਕਜ ਕਟਾਰੀਆ ਸੀ। ਕਿਉਂਕਿ ਜਦੋਂ ਕੋਈ ਚੀਜ਼, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਜਦੋਂ ਕਿਸੇ ਤਰ੍ਹਾਂ ਦੀ ਬਿਮਾਰੀ ਆਉਂਦੀ ਹੈ ਤਾਂ ਉਸ 'ਤੇ ਧਾਰਨਾਵਾਂ ਬੜੀਆਂ ਬਣਾਈਆਂ ਜਾਂਦੀਆਂ ਆਪਣੇ ਆਮ ਲੋਕਾਂ ਵੱਲੋਂ ਕਿ ਇਹ ਇੱਦਾਂ ਹੁੰਦੀ ਹੈ, ਇਹ ਇੱਦਾਂ ਹੁੰਦੀ ਹੈ। ਸੋ ਇੱਕ ਅਦਾਰਾ ਹੋਣ ਦੇ ਨਾਤੇ ਸਾਡੀ ਇੰਨੀ ਕੁ ਜ਼ਿੰਮੇਵਾਰੀ ਜ਼ਰੂਰ ਬਣਦੀ ਹੈ ਕਿ ਅਸੀਂ ਉਸ ਚੀਜ਼ ਦੀ ਅਸਲੀਅਤ ਨੂੰ ਤੁਹਾਡੇ ਸਾਹਮਣੇ ਰੱਖੀਏ ਕਿ ਆਖਰ ਕੀ ਲੱਛਣ ਨੇ, ਹੁੰਦਾ ਕਿਵੇਂ ਆ, ਬਚਾਓ ਜਿਹੜਾ ਕੀਤਾ ਜਾ ਸਕਦਾ, ਪਰ ਕਿਵੇਂ ਕੀਤਾ ਜਾ ਸਕਦਾ। ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਜਦੋਂ ਨੱਕ ਬੰਦ ਹੋ ਜਾਂਦਾ ਤਾਂ ਅਸੀਂ ਸ਼ਾਇਦ ਐਵੇਂ ਘਰੇ ਬੈਠੇ ਰਹਿੰਦੇ ਕਿ ਯਾਰ ਕੱਲ੍ਹ ਮੈਂ ਆ ਕੇ ਹੱਥ ਨੇ ਠੰਡਾ ਪਾਣੀ ਪੀ ਲਿਆ ਤਾਂ ਕਰਕੇ ਹੋ ਗਿਆ, ਜਾਂ ਮੈਂ ਕੱਲ੍ਹ ਕੂਲਰ ਮੂਹਰੇ ਬੈਠ ਗਿਆ ਤਾਂ ਕਰਕੇ ਹੋ ਗਿਆ। ਪਰ ਹੁਣ ਜਿਹੜਾ ਮਹਾਮਾਰੀ ਦਾ ਦੌਰ ਚੱਲ ਰਿਹਾ ਆ, ਤਾਂ ਜੇਕਰ ਹਲਕੀ ਫੁਲਕੀ ਵੀ ਤੁਹਾਨੂੰ ਲੱਛਣ ਨਜ਼ਰ ਆਉਂਦੇ ਆ ਤਾਂ ਆਪਣੇ ਡਾਕਟਰ ਕੋਲੇ ਜਾ ਕੇ ਚੈੱਕ ਜ਼ਰੂਰ ਕਰਵਾਓ। ਸੋ ਇਦਾਂ ਦੀਆਂ ਰਿਪੋਰਟਸ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇਵਾਲ ਦੇ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।